ਸਤਿ ਸ਼੍ਰੀ ਅਕਾਲ ਸਾਰੇ ਪੰਜਾਬੀ ਵੀਰਾਂ ਨੂੰ। ਉਮੀਦ ਕਰਦਾ ਕਿ ਤੁਸੀਂ ਸਭ ਠੀਕ ਠਾਕ ਹੋਵੋਗੇ ਜੀ। ਤੇ ਇਸ ਵੀਡੀਓ ਵਿੱਚ ਅਸੀਂ ਅੱਜ ਕਵਰ ਕਰਾਂਗੇ ਜਨਰਲ ਨੌਲੇਜ ਦਾ ਟੈਸਟ, ਜਿਹੜਾ ਕਿ ਤੁਸੀਂ ਟਰੱਕ ਦੇ ਲਾਇਸੈਂਸ ਲੈਣ ਤੋਂ ਪਹਿਲਾਂ DMV ਚੋਂ ਜਾ ਕੇ ਹਾਸਲ ਕਰਦੇ ਹੋ। ਤੇ ਇਹਦੇ ਤਿੰਨ ਮੁੱਖ ਭਾਗ ਹੁੰਦੇ ਨੇ: ਜਨਰਲ ਨੌਲੇਜ ਟੈਸਟ, ਕੰਬੀਨੇਸ਼ਨ ਤੇ 에ਅਰ ਬ੍ਰੇਕਸ। ਤੇ ਅੱਜ ਦੇ ਇਸ ਵੀਡੀਓ ਵਿੱਚ ਅਸੀਂ ਕਵਰ ਕਰਦੇ ਹਾਂ ਜਨਰਲ ਨੌਲੇਜ ਦਾ ਟੈਸਟ, ਜਿਹਦੇ ਵਿੱਚ ਕੁੱਲ 50 ਸਵਾਲ ਹੈ। ਤੇ ਤੁਸੀਂ ਇਹਨਾਂ ਸਾਰੇ ਸਵਾਲਾਂ ਨੂੰ ਧਿਆਨ ਨਾਲ ਪੜ੍ਹਿਓ ਜੇ ਤੇ ਸਮਝਣ ਦੀ ਕੋਸ਼ਿਸ਼ ਕਰਿਓ। ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਕਿਉਂਕਿ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਕੰਬੀਨੇਸ਼ਨ ਤੇ 에ਅਰ ਬ੍ਰੇਕ ਬਾਰੇ ਵੀ ਵੀਡੀਓ ਪਾਉਣੇ ਆ, ਤੇ ਟਾਈਮ ਨਾਲ ਤੁਹਾਨੂੰ ਉਹਨਾਂ ਦਾ ਨੋਟੀਫਿਕੇਸ਼ਨ ਮਿਲ ਜਾਵੇ। ਤੁਸੀਂ ਮਿਸ ਨਾ ਕਰੋ, ਇਸ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ। ਤੇ ਚਲੋ ਜੀ, ਅੱਜ ਦਾ ਆਪਾਂ ਵੀਡੀਓ ਸ਼ੁਰੂ ਕਰਦੇ ਹਾਂ। ਸਵਾਲ ਨੰਬਰ 1, ਤੁਸੀਂ 40 ਫੁੱਟਾ ਟਰੱਕ 50 ਮੀਲ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਸਾਫ਼ ਮੌਸਮ ਅਤੇ ਸੁੱਕੇ ਰੋਡ ਤੇ ਚਲਾ ਰਹੇ ਹੋ। ਤੁਹਾਡੇ ਅਗਲੇ ਵਾਹਨ ਦੀ ਦੂਰੀ ਡੈਸ਼ ਦੀ ਹੋਣੀ ਚਾਹੀਦੀ ਹੈ। 4 ਸੈਕਿੰਡ, 5 ਸੈਕਿੰਡ, 6 ਸੈਕਿੰਡ। ਸਹੀ ਜਵਾਬ ਹੈ 5 ਸੈਕਿੰਡ। ਤੁਸੀਂ ਆਪਣੇ ਵਾਹਨ ਦੀ ਰਫ਼ਤਾਰ 20 ਤੋਂ 40 ਮੀਲ ਪ੍ਰਤੀ ਘੰਟਾ ਯਾਨੀ ਦੁੱਗਣੀ ਕਰ ਦਿੰਦੇ ਹੋ ਤਾਂ ਇਸ ਦੀ ਰੁਕਣ ਦੀ ਦੂਰੀ ਡੈਸ਼ ਗੁਣੀ ਵੱਧ ਜਾਂਦੀ ਹੈ। 2, 3, 4। ਸਹੀ ਜਵਾਬ ਹੈ 4 ਗੁਣੀ ਵੱਧ ਜਾਂਦੀ ਹੈ। ਸਕਿੱਲ ਟੈਸਟ ਦੇਣ ਲਈ ਧਾਰਕ ਦਾ ਕਮਰਸ਼ੀਅਲ ਲਰਨਰਸ ਪਰਮਿਟ ਕਿੰਨਾ ਪੁਰਾਣਾ ਹੋਣਾ ਚਾਹੀਦਾ ਹੈ? 1 ਮਹੀਨਾ, 15 ਦਿਨ, 14 ਦਿਨ। ਸਹੀ ਜਵਾਬ ਹੈ 14 ਦਿਨ। ਭਾਰੀ ਬਾਰਿਸ਼ ਨਾਲ ਤੁਹਾਡੇ ਵਾਹਨ ਦੀਆਂ ਬ੍ਰੇਕਾਂ ਗਿੱਲੀਆਂ ਹੋ ਗਈਆਂ ਹਨ। ਗਿੱਲੀਆਂ ਬ੍ਰੇਕਾਂ ਲਾਉਣ ਨਾਲ ਕੀ ਵਾਪਰ ਸਕਦਾ ਹੈ? ਸਹੀ ਜਵਾਬ ਹੈ ਟ੍ਰੇਲਰ ਜੈਕ ਨਾਈਫ। ਜੈਕ ਨਾਈਫ ਕੁਝ ਇਸ ਤਰ੍ਹਾਂ ਦਾ ਹੁੰਦਾ ਹੈ। ਤੁਸੀਂ ਅੰਤਰਰਾਜੀ ਵਪਾਰ ਵਿੱਚ ਸ਼ਾਮਲ ਮੰਨੇ ਜਾਵੋਗੇ ਜੇਕਰ ਤੁਸੀਂ ਆਪਣੀ ਸਟੇਟ ਦੀ ਹੱਦ ਪਾਰ ਨਹੀਂ ਕਰਦੇ, ਤੁਹਾਡੇ ਵਾਹਨ ਵਿੱਚ ਲੱਦਿਆ ਮਾਲ ਕਿਸੇ ਬਾਹਰੀ ਰਾਜ ਲਈ ਹੈ ਜਾਂ ਇਹਨਾਂ ਵਿੱਚੋਂ ਕੋਈ ਨਹੀਂ। ਸਹੀ ਜਵਾਬ ਹੈ ਤੁਹਾਡੇ ਵਾਹਨ ਵਿੱਚ ਲੱਦਿਆ ਮਾਲ ਕਿਸੇ ਬਾਹਰੀ ਰਾਜ ਲਈ ਨਹੀਂ ਹੈ। ਅਗਲਾ ਸਵਾਲ, ਹੇਠ ਲਿਖਿਆਂ ਵਿੱਚੋਂ ਕਿਹੜੇ ਟੈਸਟ ਨਾ ਪਾਸ ਕਰਨ ਤੇ ਵੀ ਤੁਹਾਨੂੰ TDL ਜਾਰੀ ਕੀਤਾ ਜਾ ਸਕਦਾ ਹੈ? ਪ੍ਰੀ ਟ੍ਰਿਪ ਇੰਸਪੈਕਸ਼ਨ, 에ਅਰ ਬ੍ਰੇਕ ਟੈਸਟ। ਇਹਨਾਂ ਵਿੱਚੋਂ ਕੋਈ ਨਹੀਂ। ਸਹੀ ਜਵਾਬ ਹੈ ਇਹਨਾਂ ਵਿੱਚੋਂ ਕੋਈ ਨਹੀਂ, ਕਿਉਂਕਿ ਸਾਰੇ ਹੀ ਟੈਸਟ ਜ਼ਰੂਰੀ ਹੁੰਦੇ ਹਨ। ਕਮਰਸ਼ੀਅਲ ਵਾਹਨ ਚਲਾਉਣਾ ਗੈਰ ਕਾਨੂੰਨੀ ਹੈ ਜੇਕਰ ਤੁਹਾਡੇ ਖੂਨ ਵਿੱਚ ਸ਼ਰਾਬ ਦੀ ਮਾਤਰਾ ਯਾਨੀ BAC ਭਾਵ ਬਲੱਡ ਐਲਕੋਹਲ ਕੰਸਨਟ੍ਰੇਸ਼ਨ ਡੈਸ਼ 0.02% ਜਾਂ ਇਸ ਤੋਂ ਜ਼ਿਆਦਾ, 0.03% ਜਾਂ ਇਸ ਤੋਂ ਜ਼ਿਆਦਾ, 0.04% ਜਾਂ ਇਸ ਤੋਂ ਜ਼ਿਆਦਾ। ਸਹੀ ਜਵਾਬ ਹੈ 0.04% ਜਾਂ ਇਸ ਤੋਂ ਜ਼ਿਆਦਾ। ਤੁਸੀਂ ਆਪਣਾ ਲਾਇਸੈਂਸ ਘੱਟੋ ਘੱਟ 1 ਸਾਲ ਵਾਸਤੇ ਗਵਾ ਸਕਦੇ ਹੋ ਜੇਕਰ ਤੁਹਾਡਾ ਬਲੱਡ ਐਲਕੋਹਲ ਕੰਸਨਟ੍ਰੇਸ਼ਨ ਯਾਨੀ BAC 0.4% ਤੋਂ ਜ਼ਿਆਦਾ ਪਾਇਆ ਜਾਂਦਾ ਹੈ। ਜੇਕਰ ਤੁਸੀਂ ਪੀਸ ਅਫਸਰ ਕੋਲ ਆਪਣਾ ਟੈਸਟ ਕਰਾਉਣ ਤੋਂ ਮਨਾ ਕਰਦੇ ਹੋ। ਉਪਰੋਕਤ ਦੋਨੋਂ ਹੀ ਸਹੀ ਹਨ। ਇਹਨਾਂ ਵਿੱਚੋਂ ਸਹੀ ਜਵਾਬ ਨੰਬਰ 3 ਹੈ, ਕਿਉਂਕਿ ਜੇਕਰ ਤੁਸੀਂ ਅਲਕੋਹਲ ਟੈਸਟ ਨਹੀਂ ਕਰਾਉਂਦੇ ਤਾਂ ਵੀ ਤੁਸੀਂ ਆਪਣਾ ਲਾਇਸੈਂਸ ਗਵਾ ਸਕਦੇ ਹੋ। ਟ੍ਰੈਫਿਕ ਦੀਆਂ ਗੰਭੀਰ ਉਲੰਘਣਾਵਾਂ ਅਧੀਨ ਤੁਸੀਂ ਆਪਣਾ ਲਾਇਸੈਂਸ ਗਵਾ ਬੈਠੋਗੇ ਦੇ ਸੰਦਰਭ ਵਿੱਚ ਹੇਠ ਲਿਖਿਆਂ ਵਿੱਚੋਂ ਕਿਹੜਾ ਸਹੀ ਹੈ? 3 ਸਾਲ ਵਿੱਚ 2 ਗੰਭੀਰ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਦੇ ਅਪਰਾਧ ਤਹਿਤ ਘੱਟੋ ਘੱਟ 60 ਦਿਨ ਲਈ
2 ਸਾਲਾਂ ਵਿੱਚ 3 ਗੰਭੀਰ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਦੇ ਅਪਰਾਧ ਤਹਿਤ ਘੱਟੋ ਘੱਟ 60 ਦਿਨ ਲਈ। 3 ਸਾਲਾਂ ਵਿੱਚ 3 ਗੰਭੀਰ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਦੇ ਅਪਰਾਧ ਤਹਿਤ ਘੱਟੋ ਘੱਟ 60 ਦਿਨ ਲਈ। ਸਹੀ ਜਵਾਬ ਹੈ 3 ਸਾਲਾਂ ਵਿੱਚ 2 ਗੰਭੀਰ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਦੇ ਅਪਰਾਧ ਤਹਿਤ ਘੱਟੋ ਘੱਟ 60 ਦਿਨ ਲਈ ਤੁਸੀਂ ਆਪਣਾ ਲਾਇਸੈਂਸ ਗਵਾ ਸਕਦੇ ਹੋ। ਰੇਲ ਰੋਡ ਪਾਰ ਕਰਨ ਬਾਬਤ ਉਲੰਘਣਾਵਾਂ ਅਧੀਨ ਤੁਸੀਂ ਆਪਣਾ ਲਾਇਸੈਂਸ ਡੈਸ਼ ਗਵਾ ਬੈਠੋਗੇ। ਵਿਕਲਪ ਹਨ। ਪਹਿਲੀ ਉਲੰਘਣਾ ਵਾਸਤੇ 1 ਸਾਲ ਵਾਸਤੇ, 3 ਸਾਲ ਦੇ ਕਾਲ ਦੌਰਾਨ ਦੂਜੀ ਉਲੰਘਣਾ ਲਈ 120 ਦਿਨ ਵਾਸਤੇ, 2 ਸਾਲ ਦੇ ਕਾਲ ਦੌਰਾਨ ਤੀਜੀ ਉਲੰਘਣਾ ਵਾਸਤੇ 60 ਦਿਨ ਲਈ। ਸਹੀ ਜਵਾਬ ਹੈ 3 ਸਾਲ ਦੇ ਕਾਲ ਦੌਰਾਨ ਦੂਜੀ ਉਲੰਘਣਾ ਲਈ 120 ਦਿਨ ਵਾਸਤੇ। ਅਗਲਾ ਹੈ ਜੀ, ਤੁਸੀਂ ਆਪਣਾ ਵਾਹਨ ਚਲਾਉਣ ਦਾ ਅਧਿਕਾਰ ਗਵਾ ਬੈਠਦੇ ਹੋ ਜੇਕਰ ਤੁਹਾਡੇ ਰੈਕਡ ਤੇ 12 ਮਹੀਨਿਆਂ ਵਿੱਚ 3 ਪੁਆਇੰਟ ਚੜ੍ਹ ਜਾਂਦੇ ਹਨ, 24 ਮਹੀਨਿਆਂ ਵਿੱਚ 5 ਪੁਆਇੰਟ ਚੜ੍ਹ ਜਾਂਦੇ ਹਨ, 12 ਮਹੀਨਿਆਂ ਵਿੱਚ 4 ਪੁਆਇੰਟ ਚੜ੍ਹ ਜਾਂਦੇ ਹਨ। ਕਿਹੜਾ ਸਹੀ ਹੈ? 3 ਨੰਬਰ 12 ਮਹੀਨਿਆਂ ਵਿੱਚ 4 ਪੁਆਇੰਟ ਚੜ੍ਹ ਜਾਂਦੇ। ਕੈਲੀਫੋਰਨੀਆ ਡਰਾਈਵਰਜ਼ ਹੈਂਡਬੁੱਕ ਮੁਤਾਬਕ ਹੇਠ ਲਿਖਿਆਂ ਵਿੱਚੋਂ ਕਿਹੜਾ ਸਹੀ ਨਹੀਂ ਹੈ? ਸਵਾਲ ਨੂੰ ਧਿਆਨ ਨਾਲ ਪੜ੍ਹਿਆ ਜਾਵੇ ਜੀ। ਕੈਲੀਫੋਰਨੀਆ ਡਰਾਈਵਰਜ਼ ਹੈਂਡਬੁੱਕ ਮੁਤਾਬਕ ਹੇਠ ਲਿਖਿਆਂ ਵਿੱਚੋਂ ਕਿਹੜਾ ਸਹੀ ਨਹੀਂ ਹੈ? PSIP ਭਾਵ ਪੀਰੀਆਡਿਕ ਸਮੋਕ ਇੰਸਪੈਕਸ਼ਨ ਪ੍ਰੋਗਰਾਮ, SWCV ਸੋਲਿਡ ਵੇਸਟ ਕੰਟਰੋਲ ਵਹੀਕਲ, PAU pressure at universal joint, TRU transport refrigeration unit। 3 ਨੰਬਰ ਸਹੀ ਜਵਾਬ ਨਹੀਂ ਹੈ ਕਿਉਂਕਿ PAU ਭਾਵ ਪਬਲਿਕ ਏਜੰਸੀ ਐਂਡ ਯੂਟਿਲਿਟੀ ਵਹੀਕਲ ਹੁੰਦਾ ਹੈ, ਇਸ ਲਈ ਇਹ ਵਿਕਲਪ ਸਹੀ ਨਹੀਂ ਹੈ। ਜਦੋਂ ਤੁਸੀਂ ਇੱਕ ਟ੍ਰੈਫਿਕ ਲਾਈਟ ਵੱਲ ਵਧ ਰਹੇ ਹੋ ਜੋ ਕਿ ਕਾਫੀ ਚਿਰ ਤੋਂ ਹਰੀ ਹੈ, ਤੁਸੀਂ ਆਪਣਾ ਵਾਹਨ, ਵਿਕਲਪ ਹਨ, ਤੇਜ਼ ਭਜਾ ਕੇ ਅੱਗੇ ਕੱਢ ਲਵੋ, ਵਾਹਨ ਹੌਲੀ ਕਰਨਾ ਸ਼ੁਰੂ ਕਰੋ ਅਤੇ ਰੁਕਣ ਲਈ ਤਿਆਰ ਹੋਵੋ, ਆਪਣੀ ਮੌਜੂਦਾ ਰਫ਼ਤਾਰ ਬਣਾਈ ਰੱਖੋ। तो 2 ਨੰਬਰ ਵਿਕਲਪ ਸਹੀ ਹੈ। ਵਾਹਨ ਹੌਲੀ ਕਰਨਾ ਸ਼ੁਰੂ ਕਰੋ ਅਤੇ ਰੁਕਣ ਲਈ ਤਿਆਰ ਹੋਵੋ। ਵਾਹਨ ਚਲਾਉਂਦੇ ਸਮੇਂ ਜਦੋਂ ਤੁਹਾਨੂੰ ਭਾਰੀ ਧੁੰਦ ਦਾ ਸਾਹਮਣਾ ਕਰਨਾ ਪਵੇ ਤਾਂ ਆਪਣੀਆਂ ਹਾਈ ਬੀਮ ਲਾਈਟਾਂ ਦਾ ਇਸਤੇਮਾਲ ਕਰੋ। ਹਾਈਵੇ ਹਾਰਨ ਲਗਾਤਾਰ ਵਜਾਉਂਦੇ ਰਹੋ। ਆਪਣਾ ਵਾਹਨ ਕਿਸੇ ਆਰਾਮ ਖੇਤਰ ਵਿੱਚ ਪਾਰਕ ਕਰੋ ਅਤੇ ਧੁੰਦ ਦੇ ਉਤਰਨ ਦਾ ਇੰਤਜ਼ਾਰ ਕਰੋ। तो सही विकल्प है अपना वाहन किसी आराम खेतर विच यानी रेस्ट एरिए विच पार्क कर लो ਅਤੇ ਧੁੰਦ ਦੇ ਉਤਰਨ ਦਾ ਇੰਤਜ਼ਾਰ ਕਰੋ। ਸਟੀਅਰਿੰਗ ਪ੍ਰਣਾਲੀ ਵਿੱਚ ਕੀ ਆਉਂਦਾ ਹੈ? ਯਾਨੀ ਸਟੀਅਰਿੰਗ ਪ੍ਰਣਾਲੀ ਵਿੱਚ ਹੇਠ ਲਿਖਿਆਂ ਵਿੱਚੋਂ ਕਿਹੜੇ ਪਾਰਟ ਆਉਂਦੇ ਹਨ? ਕਿਹੜੇ ਪਾਰਟ ਸ਼ਾਮਿਲ ਹਨ? ਪਿੰਡਲ, ਡਰੈਗ ਲਿੰਕ, ਟਾਈ ਰੋਡ, ਮੇਨ ਸਪਰਿੰਗ, ਯੂ ਬੋਲਟਸ ਅਤੇ ਪੇਸਰ। ਦੂਜਾ ਹੈ ਯੂ ਬੋਲਟਸ, ਫਿਟਮੈਨ ਆਰਮ, ਗੀਅਰ ਬਾਕਸ, ਸਟੀਅਰਿੰਗ ਵੀਲ ਅਤੇ ਲੀਫ ਸਪਰਿੰਗ। ਤੀਜਾ ਹੈ ਸਪਿੰਡਲ, ਡਰੈਗ ਲਿੰਕ, ਫਿਟਮੈਨ ਆਰਮ, ਸਟੀਅਰਿੰਗ ਗੀਅਰ ਬਾਕਸ ਅਤੇ ਸਟੀਅਰਿੰਗ ਸ਼ਾਫਟ। ਸਹੀ ਜਵਾਬ ਹੈ ਸਪਿੰਡਲ, ਡਰੈਗ ਲਿੰਕ, ਫਿਟਮੈਨ ਆਰਮ, ਸਟੀਅਰਿੰਗ ਗੀਅਰ ਬਾਕਸ ਅਤੇ ਸਟੀਅਰਿੰਗ ਸ਼ਾਫਟ। ਇਹ ਸਟੀਅਰਿੰਗ ਪ੍ਰਣਾਲੀ ਦਾ ਹਿੱਸਾ ਹਨ। ਕਿਹੜਾ ਸਹੀ ਨਹੀਂ ਹੈ? ਗਵਰਨਰ ਕੱਟ ਆਊਟ ਟੈਸਟ 120 ਤੋਂ 140 PSI ਦੇ ਵਿੱਚ, ਗਵਰਨਰ ਕੱਟ ਇਨ ਟੈਸਟ 100 PSI ਤੋਂ ਘੱਟ ਨਹੀਂ, ਲੋ ਪ੍ਰੈਸ਼ਰ ਵਾਰਨਿੰਗ
55 ਤੋਂ 75 PSI। ਨੌਬ ਪॉप आउट टेस्ट 75 ਤੋਂ 95 PSI। तो सही नहीं है नॉब पॉप आउट टेस्ट 75 ਤੋਂ 95 PSI, क्योंकि इसका सही जवाब है 20 ਤੋਂ 45 PSI ਦੇ ਵਿੱਚ ਨੌਬ ਪॉप आउट हो जाने चाहिए हैं। अगले टायरां दी ट्रेड डेप्थ 1 इंच ਦੇ 4/32वें हिस्से ਤੋਂ ਵੱਧ नहीं होनी चाहिए। 1 इंच ਦੇ 2/32वें हिस्से ਤੋਂ ਘੱਟ नहीं होनी चाहिए। ਦੋਵਾਂ ਵਿੱਚੋਂ ਕੋਈ नहीं। तो सही जवाब है ਇਹਨਾਂ ਦੋਵਾਂ ਵਿੱਚੋਂ ਕੋਈ नहीं, क्योंकि अगले टायरां ਦੀ ट्रेड डेप्थ 1 इंच ਦੇ 4/32वें हिस्से ਤੋਂ ਘੱਟ नहीं होनी चाहिए। ਜਦੋਂ ਤੁਸੀਂ ਆਪਣਾ ਵਾਹਨ ਆਰਾਮ ਕਰਨ ਲਈ ਰੋਕਦੇ ਹੋ ਤਾਂ ਆਪਣੀ ਕੰਪਨੀ ਦੇ ਡਿਸਪੈਚਰ ਨਾਲ ਰਾਬਤਾ ਬਣਾਓ। ਆਪਣੇ ਵਾਹਨ ਦੀਆਂ ਜ਼ਰੂਰੀ ਚੀਜ਼ਾਂ ਚੈੱਕ ਕਰੋ, ਜਿਵੇਂ ਕਾਰਗੋ ਰੋਕਾਂ, ਬ੍ਰੇਕਾਂ, ਟਾਇਰ ਆਦਿ। ਆਪਣੇ ਵਾਹਨ ਦੀਆਂ ਜ਼ਰੂਰੀ ਚੀਜ਼ਾਂ ਚੈੱਕ ਕਰੋ, ਜਿਵੇਂ ਵਿੰਡਸ਼ੀਲਡ ਵਾਈਪਰ, ਹੀਟਰ, डिफ्रॉस्टर। तो सही जवाब है नंबर 2। अपने वाहन ਦੀਆਂ ਜ਼ਰੂਰੀ ਚੀਜ਼ਾਂ ਚੈੱਕ ਕਰੋ, ਜਿਵੇਂ ਕਾਰਗੋ ਰੋਕਾਂ, ਬ੍ਰੇਕਾਂ ਤੇ ਟਾਇਰ ਆਦਿ। ਤੁਹਾਡੇ ਵਾਹਨ ਦੀਆਂ ਹਾਈ ਬੀਮ ਲਾਈਟਾਂ ਉਦੋਂ ਜਗਾ ਲਓ ਜਦੋਂ ਸਾਹਮਣੇ ਆਉਣ ਵਾਲੇ ਵਾਹਨ ਦੀਆਂ ਆਪਣੀਆਂ ਲਾਈਟਾਂ ਜਗ ਰਹੀਆਂ ਹੋਣ। ਜਗਾ ਲਓ ਜਦੋਂ ਸੁਰੱਖਿਅਤ ਅਤੇ ਕਾਨੂੰਨੀ ਤੌਰ ਤੇ ਜਾਇਜ਼ ਹੋਣ। ਬੁਝਾ ਲਓ ਜਦੋਂ ਸਾਹਮਣੇ ਆਉਣ ਵਾਲੇ ਵਾਹਨ ਤੋਂ ਤੁਹਾਡੀ ਦੂਰੀ 100 ਫੁੱਟ ਰਹਿ ਜਾਵੇ। तो सही जवाब है जगा लो ਜਦੋਂ ਸੁਰੱਖਿਅਤ ਅਤੇ ਕਾਨੂੰਨੀ ਤੌਰ ਤੇ ਜਾਇਜ਼ ਹੋਣ। ਪ੍ਰੀ ਟ੍ਰਿਪ ਜਾਂਚ ਵਿੱਚ ਤੁਹਾਡੇ ਵਾਹਨ ਦੀ ਸਰਵਿਸ ਬ੍ਰੇਕ ਚੈੱਕ ਕਰਨ ਲਈ ट्रेलर एमरजेंसी ब्रेक लगी होनी जरूरी है। पार्किंग ब्रेक नहीं लगी होनी चाहिए। दोनों ब्रेकां नहीं लगियां होनी चाहिए। सही जवाब है दोनों ब्रेकां नहीं लगियां होनी चाहिए। मुड़न लगियां दूजे ड्राइवरां नूं अपने इरादिਆਂ बारे जाणू कराउण लई किहड़े 3 नियमां दी पालना करनी जरूरी है। जल्दी इशारा देना, ब्रेक लाइटां दी वरतों ਅਤੇ ਟਾਵੀਂ ਹਾਈਵੇ ਹਾਰਨ ਦੀ ਵਰਤੋਂ ਕਰਨੀ। ਜਲਦੀ ਇਸ਼ਾਰਾ ਦੇਣਾ, ਲਗਾਤਾਰ ਇਸ਼ਾਰਾ ਦੇਣਾ ਅਤੇ ਮੁੜਨ ਤੋਂ ਬਾਅਦ ਇਸ਼ਾਰੇ ਨੂੰ ਬੰਦ ਕਰਨਾ। ਜਲਦੀ ਇਸ਼ਾਰਾ ਦੇਣਾ, ਸਿਟੀ ਹਾਰਨ ਦੀ ਟਾਵੀਂ ਵਰਤੋਂ ਅਤੇ ਲਗਾਤਾਰ ਇਸ਼ਾਰਾ ਦਿੰਦੇ ਰਹਿਣਾ। ਸਹੀ ਜਵਾਬ ਹੈ ਜਲਦੀ ਇਸ਼ਾਰਾ ਦੇਣਾ, ਲਗਾਤਾਰ ਇਸ਼ਾਰਾ ਅਤੇ ਮੁੜਨ ਤੋਂ ਬਾਅਦ ਇਸ਼ਾਰੇ ਨੂੰ ਬੰਦ ਕਰਨਾ। ਸੁਰੱਖਿਅਤ ਢੰਗ ਨਾਲ ਵਾਹਨ ਨੂੰ ਪਿੱਛੇ ਬੈਕ ਕਰਨ ਬਾਬਤ ਹੇਠ ਲਿਖਿਆਂ ਵਿੱਚੋਂ ਕਿਹੜਾ ਸਹੀ ਹੈ? ਹੋ ਸਕੇ ਤਾਂ ਡਰਾਈਵਰ ਸਾਈਡ ਤੋਂ ਪਿੱਛੇ ਕਰੋ। ਵਾਹਨ ਪਿੱਛੇ ਕਰਨਾ ਹਮੇਸ਼ਾ ਖਤਰਨਾਕ ਹੁੰਦਾ ਹੈ। ਉਪਰੋਕਤ ਦੋਵੇਂ ਸਹੀ। तो सही जवाब है उपरोक्त दोवें सही। काउंटर स्टीयरिंग की है? स्टीयरिंग ਨੂੰ ਉਲਟਾ ਘੁਮਾਉਣਾ, ਮੋੜਨ ਲਈ ਸਟੀਅਰਿੰਗ ਐਕਸਲ ਬ੍ਰੇਕਾਂ ਦਾ ਇਸਤੇਮਾਲ ਕਰਨਾ, ਕਿਸੇ ਐਮਰਜੈਂਸੀ ਨੂੰ ਟਾਲਣ ਤੋਂ ਬਾਅਦ ਸਟੀਅਰਿੰਗ ਨੂੰ ਉਲਟ ਦਿਸ਼ਾ ਵੱਲ ਘੁਮਾਉਣਾ। ਸਹੀ ਜਵਾਬ ਕਿਸੇ ਐਮਰਜੈਂਸੀ ਨੂੰ ਟਾਲਣ ਤੋਂ ਬਾਅਦ ਸਟੀਅਰਿੰਗ ਨੂੰ ਉਲਟ ਦਿਸ਼ਾ ਵੱਲ ਘੁਮਾਉਣਾ। ਤੁਸੀਂ ਕਿਸੇ ਸਿੱਧੇ ਅਤੇ ਸਮਤਲ ਹਾਈਵੇ ਉੱਤੇ ਆਪਣਾ ਵਾਹਨ 55 ਮੀਲ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚਲਾ ਰਹੇ ਹੋ ਅਤੇ ਤੁਹਾਡੇ ਆਸ-ਪਾਸ ਕੋਈ ਹੋਰ ਵਾਹਨ ਨਹੀਂ ਹੈ। ਅਚਾਨਕ ਤੁਹਾਡੇ ਵਾਹਨ ਦਾ ਟਾਇਰ ਫਟ ਜਾਂਦਾ ਹੈ। ਤੁਸੀਂ ਕੀ ਕਰੋਗੇ? ਜਲਦੀ ਨਾਲ ਸ਼ੋਲਡਰ ਵੱਲ ਵਧਣ ਦੀ ਕੋਸ਼ਿਸ਼ ਕਰੋ। ਹਲਕੀ ਬ੍ਰੇਕ ਲਾਉਣੀ ਸ਼ੁਰੂ ਕਰੋ। ਨਿਯੰਤਰਿਤ ਅਤੇ ਸਟੈਪ ਬ੍ਰੇਕਿੰਗ ਦਾ ਇਸਤੇਮਾਲ ਕਰੋ। ਬ੍ਰੇਕ ਤੋਂ ਪੈਰ ਹਟਾ ਲਵੋ ਅਤੇ ਵਾਹਨ ਆਪਣੇ ਆਪ ਹੌਲੀ ਹੋਣ ਦਾ ਇੰਤਜ਼ਾਰ ਕਰੋ। ਸਹੀ ਜਵਾਬ ਹੈ ਬ੍ਰੇਕ ਤੋਂ ਪੈਰ ਹਟਾ ਲਵੋ ਅਤੇ ਵਾਹਨ ਦਾ ਆਪਣੇ ਆਪ ਹੌਲੀ ਹੋਣ ਦਾ ਇੰਤਜ਼ਾਰ ਕਰੋ। ਵਾਹਨ ਦੇ ਸ਼ੀਸ਼ਿਆਂ ਦਾ ਇਸਤੇਮਾਲ ਕਰਨ ਬਾਰੇ
ਕੀ ਸਹੀ ਹੈ? ਕੁਝ ਬਲਾਈਂਡ ਸਪਾਟ ਸ਼ੀਸ਼ਿਆਂ ਵਿੱਚ ਨਹੀਂ ਦਿਸਦੇ। ਲੇਨ ਬਦਲੀ ਕਰਨ ਲਈ ਸ਼ੀਸ਼ਿਆਂ ਵਿੱਚ 2 ਵਾਰ ਦੇਖੋ। ਤੁਹਾਨੂੰ ਇੱਕ ਵਾਰ ਵਿੱਚ ਸ਼ੀਸ਼ਿਆਂ ਵੱਲ ਕੁਝ ਸੈਕਿੰਡਾਂ ਵਾਸਤੇ ਦੇਖਦੇ ਰਹਿਣਾ ਚਾਹੀਦਾ ਹੈ। ਸਹੀ ਜਵਾਬ ਹੈ ਕੁਝ ਬਲਾਈਂਡ ਸਪਾਟ ਸ਼ੀਸ਼ਿਆਂ ਵਿੱਚ ਨਹੀਂ ਦਿਸਦੇ। ਵਾਹਨ ਤੇ ਲੱਦਿਆ ਮਾਲ ਘੱਟੋ ਘੱਟ ਡੈਸ਼ ਨਾਲ ਬੰਨਿਆ ਹੋਣਾ ਚਾਹੀਦਾ ਹੈ। ਇੱਕ ਬੰਨ ਯਾਨੀ ਇੱਕ ਟਾਈ ਡਾਊਨ, 2 ਬੰਨਾਂ ਨਾਲ। ਛੋਟੇ ਭਾਰ ਨੂੰ ਕਿਸੇ ਬੰਨ ਦੀ ਜ਼ਰੂਰਤ ਨਹੀਂ ਹੁੰਦੀ। तो सही जवाब है नंबर 2 ਬੰਨਾਂ ਦੇ ਨਾਲ ਬਣਿਆ ਹੋਣਾ ਚਾਹੀਦਾ ਹੈ। ਰਫ਼ਤਾਰ ਪ੍ਰਬੰਧਨ ਦੇ ਬਾਰੇ ਵਿੱਚ ਕੀ ਸਹੀ ਹੈ? ਗਿੱਲੇ ਰੋਡ ਉੱਤੇ ਆਪਣੇ ਵਾਹਨ ਦੀ ਰਫ਼ਤਾਰ 1/3 ਹਿੱਸਾ ਘਟਾ ਲਓ। ਜ਼ਿਆਦਾ ਬਰਫੀਲੇ ਰੋਡ ਤੇ ਆਪਣੇ ਵਾਹਨ ਦੀ ਰਫ਼ਤਾਰ ਅੱਧਾ ਹਿੱਸਾ ਘਟਾ ਦਿਓ। ਜਦੋਂ ਰੋਡ ਤਿਲਕਣਾ ਹੋਵੇ ਤਾਂ ਰੁਕਣ ਦਾ ਸਮਾਂ ਵਧੇਗਾ ਅਤੇ ਤਿਲਕਣ ਤੋਂ ਬਿਨਾਂ ਮੁੜਿਆ ਨਹੀਂ ਜਾ ਸਕਦਾ। ਚੌਥਾ, ਉਪਰੋਕਤ ਸਾਰੇ ਹੀ ਸਹੀ ਹਨ। तो सही जवाब है सारे ही सही हैं। ਤੁਸੀਂ ਆਪਣਾ ਟਰੱਕ ਇੱਕ ਪੱਧਰੀ ਸੜਕ ਉੱਤੇ 50 ਮੀਲ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚਲਾ ਰਹੇ ਹੋ। ਵਾਹਨ ਨੂੰ ਰੋਕਣ ਲਈ ਕੁੱਲ ਕਿੰਨੀ ਦੂਰੀ ਦੀ ਜ਼ਰੂਰਤ ਪਵੇਗੀ? ਟਰੱਕ ਦੀ ਆਪਣੀ ਲੰਬਾਈ ਦੇ ਬਰਾਬਰ, ਇੱਕ ਪੂਰੇ ਬਲਾਕ ਜਿੰਨੀ, ਫੁੱਟਬਾਲ ਦੇ ਮੈਦਾਨ ਦੀ ਲੰਬਾਈ ਜਿੰਨੀ, ਇਹਨਾਂ ਵਿੱਚੋਂ ਕੋਈ ਨਹੀਂ। तो सही जवाब है फुटबाल ਦੇ मैदान ਦੀ ਲੰਬਾਈ ਜਿੰਨੀ। ਸੰਘ ਦੇ ਨਿਯਮਾਂ यानी फैडरल ਰੈਗੂਲੇਸ਼ਨਸ ਮੁਤਾਬਕ ਸੁਰੱਖਿਅਤ ਕਰਨ ਵਾਲੀ ਪ੍ਰਣਾਲੀ ਜਿਸ ਨੂੰ ਵਸਤੂਆਂ ਦੇ ਸਮੂਹ ਨੂੰ ਸੁਰੱਖਿਅਤ ਕਰਨ ਲਈ ਵਰਤਿਆ ਜਾਂਦਾ ਹੈ ਦੀ ਕੁੱਲ ਕੰਮਕਾਰੀ ਲੋਡ ਸਮਰੱਥਾ ਵਸਤੂ ਜਾਂ ਵਸਤੂਆਂ ਦੇ ਸਮੂਹ ਦੇ ਭਾਰ ਦੀ ਘੱਟੋ ਘੱਟ ਅੱਧੀ ਗੁਣਾ ਹੋਣੀ ਚਾਹੀਦੀ ਹੈ। 1 ਗੁਣਾ ਹੋਣੀ ਚਾਹੀਦੀ ਹੈ। 2 ਗੁਣਾ ਹੋਣੀ ਚਾਹੀਦੀ ਹੈ। ਸੋ ਹੈਂਡਬੁੱਕ ਦੇ ਮੁਤਾਬਕ ਇਸ ਦਾ ਸਹੀ ਜਵਾਬ ਨੰਬਰ 1 ਹੈ, ਅੱਧੀ ਗੁਣਾ ਹੋਣੀ ਚਾਹੀਦੀ ਹੈ। ਸੰਘ ਦੇ ਨਿਯਮਾਂ ਅਨੁਸਾਰ ਸੁਰੱਖਿਅਤ ਕਰਨ ਲਈ ਕਾਰਗੋ ਟਰੱਕ ਵਿੱਚ ਲੱਦਿਆ ਹੋਇਆ ਮਾਲ ਕਾਰਗੋ ਦੇ ਹਰ 10 ਫੁੱਟ ਦੇ ਲਈ ਕਾਰਗੋ ਨੂੰ 3 ਬੰਧਨ ਲਗਾਏ ਜਾਣੇ ਚਾਹੀਦੇ ਹਨ। 1 ਬੰਧਨ ਲਗਾਇਆ ਜਾਣਾ ਚਾਹੀਦਾ ਹੈ। 2 ਬੰਧਨ ਲਗਾਏ ਜਾਣੇ ਚਾਹੀਦੇ ਹਨ। ਸਹੀ ਜਵਾਬ ਹੈ 2 ਬੰਨ ਲਗਾਏ ਜਾਣੇ ਚਾਹੀਦੇ ਹਨ। ਕਾਰਗੋ ਦੇ ਗੁਰੂਤਾ ਕੇਂਦਰ ਤੋਂ ਯਾਨੀ ਸੈਂਟਰ ਆਫ ਗ੍ਰੈਵਿਟੀ ਤੋਂ ਭਾਵ ਹੈ ਕਾਰਗੋ ਇਸ ਦੇ ਕੇਂਦਰ ਤੋਂ ਪੂਰੀ ਤਰ੍ਹਾਂ ਸੁਰੱਖਿਅਤ ਹੈ। ਕਾਰਗੋ ਦਾ ਸਾਰਾ ਭਾਰ ਇਸ ਬਿੰਦੂ ਉੱਤੇ ਸਥਿਤ ਹੈ। ਲਟਕਵੇਂ ਮੀਲ ਅਤੇ ਸੁੱਕੇ ਭਾਰ ਦਾ ਔਸਤ ਬਿੰਦੂ ਹੈ। ਸਹੀ ਜਵਾਬ ਹੈ ਨੰਬਰ 2 ਕਾਰਗੋ ਦਾ ਸਾਰਾ ਭਾਰ ਇਸ ਬਿੰਦੂ ਉੱਤੇ ਸਥਿਤ ਹੈ। ਏਅਰ ਬ੍ਰੇਕਸ ਵਿੱਚ 3 ਵੱਖ-ਵੱਖ ਪ੍ਰਣਾਲੀਆਂ ਹੁੰਦੀਆਂ ਹਨ। ਸਰਵਿਸ ਬ੍ਰੇਕ, ਪਾਰਕਿੰਗ ਬ੍ਰੇਕ ਅਤੇ ਆਪਾਤਕਾਲੀਨ ਬ੍ਰੇਕ। ਸਰਵਿਸ ਬ੍ਰੇਕ, ਇੰਜਨ ਬ੍ਰੇਕ ਅਤੇ ਏਅਰ ਬ੍ਰੇਕ ਇਹਨਾਂ ਵਿੱਚੋਂ ਕੋਈ ਨਹੀਂ। ਵਿਕਲਪ ਨੰਬਰ 1 ਸਹੀ ਹੈ। ਸਰਵਿਸ ਬ੍ਰੇਕ, ਪਾਰਕਿੰਗ ਬ੍ਰੇਕ ਅਤੇ ਆਪਾਤਕਾਲੀਨ ਬ੍ਰੇਕ ਯਾਨੀ ਐਮਰਜੈਂਸੀ ਬ੍ਰੇਕ। ਏਅਰ ਕੰਪਰੈਸਰ ਗਵਰਨਰ ਦਾ ਕੀ ਕੰਮ ਹੈ? ਇਹ ਹਵਾ ਨੂੰ ਟਾਇਰਾਂ ਅਤੇ ਬ੍ਰੇਕ ਚੈਂਬਰ ਵਿੱਚ ਜਾਣ ਤੋਂ ਰੋਕਦਾ ਹੈ। ਏਅਰ ਟੈਂਕਾਂ ਵਿੱਚੋਂ ਹਵਾ ਦਾ ਨਿਕਾਸ ਕਰਦਾ ਹੈ। ਇਹਨਾਂ ਵਿੱਚੋਂ ਕੋਈ ਨਹੀਂ। ਸਹੀ ਜਵਾਬ ਹੈ ਨੰਬਰ 3 ਇਹਨਾਂ ਵਿੱਚੋਂ ਕੋਈ ਨਹੀਂ। ਸੁਰੱਖਿਆ ਵਾਲਵ ਯਾਨੀ ਸੇਫਟੀ ਵਾਲਵ ਟੈਂਕ ਅਤੇ ਬਾਕੀ ਦੀ ਪ੍ਰਣਾਲੀ ਦਾ ਬਹੁਤ ਜ਼ਿਆਦਾ ਦਬਾਅ ਤੋਂ ਰੱਖਿਆ ਕਰਦਾ ਹੈ। ਇਹ ਵਾਲਵ
ਡੈਸ਼ ਤੇ ਖੁੱਲ੍ਹਣ ਲਈ ਸੈੱਟ ਕੀਤਾ ਗਿਆ ਹੁੰਦਾ ਹੈ। 140 PSI ਤੇ 150 PSI ਤੇ 130 PSI। ਸਹੀ ਜਵਾਬ ਹੈ 150 PSI। ਇਸ ਕੈਮ ਵਾਹਨ ਦੀ ਕਿਸ ਪ੍ਰਣਾਲੀ ਦਾ ਹਿੱਸਾ ਹੁੰਦਾ ਹੈ? ਏਅਰ ਬ੍ਰੇਕ ਪ੍ਰਣਾਲੀ, ਸਸਪੈਂਸ਼ਨ ਪ੍ਰਣਾਲੀ, ਸਟੀਅਰਿੰਗ ਪ੍ਰਣਾਲੀ। ਸਹੀ ਜਵਾਬ ਹੈ ਏਅਰ ਬ੍ਰੇਕ ਪ੍ਰਣਾਲੀ। ਤੁਸੀਂ ਆਪਣੇ ਵਾਹਨ ਦੀ ਓਵਰਹੈਡ ਕਲੀਅਰੈਂਸ ਯਾਨੀ ਵਾਹਨ ਦੀ ਉਚਾਈ ਜਾਂ ਆਬਜੈਕਟ ਦੀ ਉਚਾਈ ਬਾਰੇ ਦੁਚਿੱਤੀ ਵਿੱਚ ਹੋ ਤਾਂ ਤੁਸੀਂ ਕੀ ਕਰੋਗੇ? ਚਿੰਤਾ ਦੀ ਲੋੜ ਨਹੀਂ, ਕਿਉਂਕਿ ਸਾਰੇ ਪੁਲ ਸੰਘੀ ਨਿਯਮਾਂ ਤਹਿਤ ਬਣਾਏ ਜਾਂਦੇ ਹਨ। ਹੌਲੀ ਹੌਲੀ ਆਬਜੈਕਟ ਦੇ ਹੇਠੋਂ ਵਾਹਨ ਲਗਾਉਣ ਦਾ ਯਤਨ ਕਰੋ। ਆਪਣਾ ਰਸਤਾ ਬਦਲ ਲਵੋ। तो सही विकल्प है अपना रस्ता बदल लवो, क्योंकि अगर तुसी अपने वाहन की ओवरहेड क्लीयरेंस जिहड़ी है उहदे बारे दुचित्ती विच हो तां कदी भी रिस्क ना लो, अपना रस्ता बदल लवो। रोकण तो बाद जदों तुसी चलना शुरू करदे हो तां पावर देण ते तुहाडे वाहन दे ड्राइव व्हील घुमणे शुरू कर दिंदे हन। इस समय तुहानूं की करना चाहिदा है? छोटे गियर की वरतों करो, रेस तो अपना पैर चुक लवो, रेस तो अपना पैर चुक के ब्रेकां लाओ। सही विकल्प है नंबर 2, रेस तो अपना पैर चुक लवो। स्टीयरिंग व्हील नूं फड़न दा तरीका घड़ी दीआं डैश अते डैश वालियां स्थितियां उत्ते सही हुंदा है। 2 ਅਤੇ 8, 3 ਅਤੇ 9, 3.5 ਅਤੇ 8.5। ਸਹੀ ਵਿਕਲਪ ਹੈ ਜਿਵੇਂ ਚਿੱਤਰ ਵਿੱਚ ਦਿਖਾਇਆ ਗਿਆ ਹੈ 3 ਅਤੇ 9। ਰਾਤ ਨੂੰ ਗੱਡੀ ਚਲਾਉਂਦੇ ਸਮੇਂ ਹੇਠ ਲਿਖਿਆਂ ਵਿੱਚੋਂ ਕਿਹੜਾ ਕਥਨ ਢੁਕਵਾਂ ਹੈ? ਸਾਹਮਣੇ ਵਾਲੀਆਂ ਗੱਡੀਆਂ ਦੀਆਂ ਲਾਈਟਾਂ ਵੱਲ ਸਿੱਧਾ ਵੇਖੋ, ਸਪੀਡ ਇੰਨੀ ਕੁ ਰੱਖੋ ਕਿ ਤੁਸੀਂ ਆਪਣੀਆਂ ਹੈਡਲਾਈਟਾਂ ਦੀ ਰੋਸ਼ਨੀ ਦੇ ਵਿੱਚ ਰੁਕ ਸਕੋ। ਆਪਣੀਆਂ ਹੈਡਲਾਈਟਾਂ ਹਮੇਸ਼ਾ ਚਮਕਦੀਆਂ ਰੱਖੋ। ਸਹੀ ਜਵਾਬ ਹੈ ਨੰਬਰ 2, ਸਪੀਡ ਇੰਨੀ ਕੁ ਰੱਖੋ ਕਿ ਤੁਸੀਂ ਆਪਣੀਆਂ ਹੈਡਲਾਈਟਾਂ ਦੀ ਰੋਸ਼ਨੀ ਵਿੱਚ ਰੁਕ ਸਕੋ। ਡਰਾਈਵ ਐਕਸਲ ਉੱਤੇ ਘੱਟ ਭਾਰ ਲੱਦਿਆ ਹੋਇਆ ਹੈ, ਕੀ ਵਾਪਰ ਸਕਦਾ ਹੈ? ਡਰਾਈਵ ਐਕਸਲ ਵਾਲੇ ਟਾਇਰਾਂ ਨੂੰ ਨੁਕਸਾਨ ਪਹੁੰਚ ਸਕਦਾ ਹੈ, ਵਧੀਆ ਹੈਂਡਲਿੰਗ ਹੋ ਸਕਦੀ ਹੈ, ਮਾੜਾ ਖਿਚਾव यानी पुअर ट्रैक्शन। तो सही जवाब है पुअर ट्रैक्शन, माड़ा खिचाव। तुसी अपने वाहन दियां हाइड्रोलिक ब्रेकां किंज चैक करोगे? पुट्टे नाल पैडल दी फ्री प्ले मिलो, वाहन रोक के पैडल 3 वारी पंप करो, 5 सैकंड वास्ते पैडल दबो, फिर दबा के देखो कि ये हेठां जांदा है कि नहीं। पैडल अते रेस दबा के देखो कि वाहन अगे जांदा है। सही जवाब है नंबर 2, वाहन रोक के पैडल 3 वारी पंप करो, 5 सैकंड वास्ते पैडल दबो, फिर दबा के देखो कि हेठां वल जांदा है कि नहीं। कार्गो नूं संतुलन करन दा वधिया फार्मूला है, ਅੱਗੇ ਵੱਲ ਜ਼ਿਆਦਾ ਭਾਰ ਲੱਦ ਦਿਓ। ਕਾਰਗੋ ਖੇਤਰ ਵਿੱਚ ਸੰਤੁਲਨ ਨਾਲ ਭਾਰ ਲੱਦੋ, ਪਿੱਛੇ ਵੱਲ ਜ਼ਿਆਦਾ ਲੱਦੋ। ਸਹੀ ਜਵਾਬ ਹੈ ਕਾਰਗੋ ਖੇਤਰ ਵਿੱਚ ਸੰਤੁਲਨ ਨਾਲ ਭਾਰ ਲੱਦਣਾ ਚਾਹੀਦਾ ਹੈ। ਆਪਣੇ ਵਾਹਨ ਵਿੱਚ ਲੱਦੇ ਮਾਲ ਦੀ ਜਾਂਚ ਰੁਕਣ ਤੇ ਹਮੇਸ਼ਾ ਕਰਦੇ ਰਹੋ। ਸਿਰਫ ਉਦੋਂ ਲੋੜੀਂਦੀ ਹੈ ਜਦੋਂ ਖਤਰਨਾਕ ਮਾਲ ਲੱਦਿਆ ਹੋਵੇ, ਯਾਨੀ ਡੇਂਜਰਸ ਗੁੱਡਸ। ਇਹ ਡਰਾਈਵਰ ਦੀ ਜ਼ਿੰਮੇਵਾਰੀ ਨਹੀਂ ਹੈ। तो इसका सही जवाब है नंबर 1, रुकण ते हमेशा कार्गो की जांच करते रहो। जदों भी तुसीं रुको
ਹਮੇਸ਼ਾ ਆਪਣੇ ਕਾਰਗੋ ਦੀ ਜਾਂਚ ਪੜਤਾਲ ਕਰਦੇ ਰਹੋ। ਜਦੋਂ ਵੀ ਤੁਸੀਂ ਆਪਣਾ ਟਰੱਕ ਰੋਕਣਾ ਹੈ ਤਾਂ ਇਸ ਨੂੰ ਹਮੇਸ਼ਾ ਗੇਅਰ ਵਿੱਚ ਪਾ ਦਿਓ, ਪਾਰਕਿੰਗ ਦੀਆਂ ਬ੍ਰੇਕਾਂ ਲਾ ਦਿਓ, ਟਾਇਰਾਂ ਨੂੰ ਪੂਰੀ ਤਰ੍ਹਾਂ ਨਾਲ ਖੱਬੇ ਨੂੰ ਮੋੜ ਦਿਓ। ਸਹੀ ਜਵਾਬ ਹੈ ਨੰਬਰ 2, ਪਾਰਕਿੰਗ ਦੀਆਂ ਬ੍ਰੇਕਾਂ ਲਾ ਦਿਓ। ਤਿਲਕਣ ਦਾ ਸਭ ਤੋਂ ਆਮ ਕਾਰਨ ਕੀ ਹੈ? ਸਕਿਡਿੰਗ ਕਾਹਦੇ ਕਰਕੇ ਹੁੰਦੀ ਹੈ? ਸਹੀ ਜਵਾਬ ਹੈ ਨੰਬਰ ਜਲਦੀ ਗੇਅਰ ਬਦਲਣਾ। ਮੂਹਰਲੇ ਟਾਇਰਾਂ ਦੀ ਟਰੈਡ ਡੈਪਥ 4/32 ਇੰਚ ਤੋਂ ਵੱਧ। ਸੜਕ ਦੀਆਂ ਮੌਜੂਦਾ ਹਾਲਾਤਾਂ ਤੋਂ ਗੱਡੀ ਤੇਜ਼ ਚਲਾਉਣਾ। ਸਹੀ ਜਵਾਬ ਹੈ ਸੜਕ ਦੀਆਂ ਮੌਜੂਦਾ ਹਾਲਾਤਾਂ ਤੋਂ ਗੱਡੀ ਵੱਧ ਤੇਜ਼ ਚਲਾਉਣਾ। ਜੇ ਤੁਹਾਨੂੰ ਕੋਈ ਟੇਲਗੇਟ ਕਰ ਰਿਹਾ ਹੈ, ਟੇਲਗੇਟਰ ਨੂੰ ਲੰਘਣ ਲਈ ਇਸ਼ਾਰਾ ਦਿਓ। ਆਪਣੀ ਰਫ਼ਤਾਰ ਵਧਾਓ, ਆਪਣੇ ਅਗਲੀ ਦੂਰੀ ਵਧਾਓ। ਇਹ ਤੁਹਾਡਾ ਟੇਲਗੇਟਰ ਹੈ। तो इस ਦਾ ਸਹੀ ਜਵਾਬ ਹੈ ਨੰਬਰ 3, ਆਪਣੇ ਅਗਲੀ ਦੂਰੀ ਵਧਾਓ। ਯਾਨੀ ਜਿਹੜਾ ਤੁਹਾਡੇ ਅੱਗੇ ਵਾਹਨ ਹੈ ਇਸ ਤੋਂ ਆਪਣੀ ਦੂਰੀ ਜਿਹੜੀ ਹੈ ਉਹ ਵਧਾ ਲਓ, ਡਿਸਟੈਂਸ ਵਧਾ ਲਓ। ਰਿਟਾਰਡਰ ਕੀ ਕਰਦੇ ਹਨ? ਇੰਟਰਸਟੇਟ ਹਾਈਵੇ ਤੇ ਇਹਨਾਂ ਦਾ ਕੋਈ ਕੰਮ ਨਹੀਂ ਹੁੰਦਾ। ਘੱਟ RPM ਉੱਤੇ ਇਹ ਵਧੀਆ ਕੰਮ ਕਰਦੇ ਹਨ। ਏਅਰ ਬ੍ਰੇਕਾਂ ਦਾ ਮੁੱਖ ਹਿੱਸਾ ਹੁੰਦੇ ਹਨ। ਇਹਨਾਂ ਵਿੱਚੋਂ ਕੋਈ ਨਹੀਂ। ਸਹੀ ਜਵਾਬ ਹੈ ਇਹਨਾਂ ਵਿੱਚੋਂ ਕੋਈ ਨਹੀਂ। ਜੇਕਰ ਤੁਹਾਡਾ ਵਾਹਨ ਹਾਈਡਰੋਪਲੇਨ ਕਰਦਾ ਹੈ ਤੁਸੀਂ ਕੀ ਕਰੋਗੇ? ਸਟੀਅਰਿੰਗ ਪੂਰਾ ਖੱਬੇ ਪਾਸੇ ਘੁਮਾ ਦਿਓ। ਰੇਸ ਤੋਂ ਪੈਰ ਚੱਕ ਲਓ। ਹਲਕੀ ਰੇਸ ਦੇ ਕੇ ਰੱਖੋ। ਸਹੀ ਜਵਾਬ ਹੈ ਰੇਸ ਤੋਂ ਪੈਰ ਚੱਕ ਲਓ। ਟਾਇਰ ਫੇਲ ਹੋਣ ਦੀਆਂ ਨਿਸ਼ਾਨੀਆਂ ਹਨ ਵਾਹਨ ਦੀ ਕੰਪਨ, ਯਾਨੀ ਵਾਹਨ ਕੰਬਦਾ ਹੈ, ਸਟੀਅਰਿੰਗ ਵੀਲ ਭਾਰਾ ਹੋ ਜਾਂਦਾ ਹੈ, ਉੱਪਰਲੇ ਦੋਨੋਂ। तो सही जवाब है ਉੱਪਰਲੇ ਦੋਨੋਂ। ਵਾਹਨ ਕੰਬਦਾ ਹੈ ਤੇ ਸਟੀਅਰਿੰਗ ਵੀਲ ਭਾਰਾ ਹੋ ਜਾਂਦਾ ਹੈ। ਲਾਸਟ ਕੁਐਸਚਨ ਹੈ ਡਰਾਈਵਰ ਹੈਂਡਬੁੱਕ ਮੁਤਾਬਿਕ ਤੁਹਾਨੂੰ ਆਪਣੇ ਵਾਹਨ ਦੇ ਹਾਰਨ ਦਾ ਇਸਤੇਮਾਲ ਬਹੁਤ ਸੰਕੋਚ ਨਾਲ ਕਰਨਾ ਚਾਹੀਦਾ ਹੈ। ਇਸ ਨਾਲ ਬੈਟਰੀ ਬਹੁਤ ਛੇਤੀ ਡਾਊਨ ਹੋ ਜਾਂਦੀ ਹੈ, ਦੂਜੇ ਡਰਾਈਵਰਾਂ ਨੂੰ ਚਿੜਾ ਸਕਦਾ ਹੈ। ਦੂਜੇ ਡਰਾਈਵਰਾਂ ਦਾ ਧਿਆਨ ਖਿੱਚਣ ਲਈ ਹਾਰਨ ਇੱਕ ਵਧੀਆ ਸਾਧਨ ਨਹੀਂ ਹੈ। ਸਹੀ ਜਵਾਬ ਹੈ ਦੂਜੇ ਡਰਾਈਵਰਾਂ ਨੂੰ ਚਿੜਾ ਸਕਦਾ ਹੈ।